साहिब जीओ। एक ओंकार सतगुर प्रसाद। सारंगा महला नवा। मन कर कबहू न हर गुण गायो। विख्या सकत रहयो निसबसरा। कीनो अपनो पायो रहाओ। गुर उपदेश सुनियो नह कानन। पार दारा लपटायो। पार निंदा कारण बहुतावत। समझियो नह समझायो। कहाँ कहूँ मैं अपनी करनी। जह बेदा जन्म गवायो। कह नानक सब औगन मोह में। राख ले शरनायो। कहाँ कहूँ मैं अपनी करनी। जह बेदा जन्म गवायो। कह नानक सब औगन मोह में। राख ले शरनायो। वाहिगुरु जी का खालसा, वाहिगुरु जी की फतेह। हाजरा हजूर ज़ाहरा जहूर। सर्व कला भरपूर तन तन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, जिन्हां दी पावन पवित्र निधि गोद अंदर आप समूह हाज़रीन संध्या दे दीवाना अंदर हाजरियां भर रहे हो। चल रही लड़ीवार विचार पावन पवित्र बाणी धन गुरु तेग बहादुर पातशाह जी के मुखारबिंद तो उच्चारण किया। सारंग राग के अंदर गुरु पातशाह जी का ये चौथा शब्द है। सारंग राग का अखीरी शब्द है सतगुरु पातशाह जी का। पावन अंक 1231 ਅਤੇ 32 के उपर सुभाएमान। इस शब्द के राही सतगुरु पातशाह जी सानू जो सिक्ख्या दे रहे ने, जो उपदेश बख्शिश कर रहे ने, रहाओ के बाद अंदर सतगुरु पातशाह जी उसनू दर्ज करते ने। पातशाह जी उपदेश करते, मन कर कबहू न हर गुण गायो। विख्या सकत रहयो निसबसुर। कीनो अपनो पायो रहाओ। पातशाह जी समझाउण दा यतन करते ने। मन कर कबहू न हर गुण गायो। सतगुरु पातशाह जी इत्थे विचार ये दसना चाह रहे ने भी प्राणी संसार दे विच आया ते साध संगत जी असी इत्थे जिन्ने भी काम करते हैं ना, जो कारज असी करते हैं, बहुते कारज वो हुंदे ने जिहड़े असी अपनी मन की इच्छा अनुसार खुश होकर करते हैं। बहुते काम इदां दे ने जो मन उन्हां नूं करन वास्ते मनदा नहीं। मन उन्होंने करन की सहमति नहीं प्रगटाउंदा, पर फिर भी सानू जिहड़ा है वो करने पैंदे ने। इस तरह करके समझ लईए भी वो किसी डर दे विच कर रहे हैं, किसी भय दे विच कर रहे हैं, किसी दबाव दे विच आके कर रहे हैं, जां पीढ़ी दर पीढ़ी जिहड़े काम को कोई कारज इदां दे रीति रिवाज चले आ रहे ने, जिन्हां दे बाबत सानू कोई ज्ञान नहीं, कोई इल्म नहीं, पर कर रहे हैं। उन्होंने क्यों कर रहे हैं? क्योंकि वो साडे पुरखे करते सी, असीं भी कर रहे हैं, साडा मन नहीं। मन उहनूं करन दे विच सहमति नहीं, पर करना पैंदा है। कुछ
ਲੋਕ ਲੱਚਾ ਦੀ ਖਾਤਰ, ਦਿਖਾਵੇ ਦੀ ਖਾਤਰ, ਸਮਾਜ ਨੂੰ ਦਿਖਾਉਣ ਦੀ ਖਾਤਰ ਕੁਝ ਕਾਰਜ ਇਦਾਂ ਦੇ ਕਰਨੇ ਪੈਂਦੇ ਨੇ। ਹੁਣ ਮਾਫ ਕਰਨਾ ਸਾਧ ਸੰਗਤ ਜੀ, ਆਪ ਜੀ ਨੇ ਸਮਾਜ ਵਿੱਚ ਇਦਾਂ ਦੇ ਰਾਜਨੀਤਿਕ ਲੋਕ ਦੇਖੇ ਹੋਣਗੇ ਜਿਹੜੇ ਰਾਜਨੀਤੀ ਨਾਲ ਸੰਬੰਧ ਰੱਖਦੇ ਨੇ, ਪਰ ਸਾਧ ਸੰਗਤ ਜੀ ਉਹ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਵੋਟ ਬੈਂਕ ਚਾਹੀਦਾ, ਜਿਹੜੀਆਂ ਵੋਟਾਂ ਚਾਹੀਦੀਆਂ ਨੇ, ਉਹ ਹਰ ਵਰਗ ਤੋਂ ਚਾਹੀਦੀਆਂ ਨੇ। ਕਿਸੇ ਇੱਕ ਖਿੱਤੇ ਤੋਂ, ਕਿਸੇ ਧਰਮ ਤੋਂ ਨਹੀਂ ਚਾਹੀਦੀਆਂ, ਹਰ ਵਰਗ ਤੋਂ ਚਾਹੀਦੀਆਂ ਨੇ। ਹਰ ਵਰਗ ਤੋਂ ਉਹਨਾਂ ਨੂੰ ਉਹ ਵੋਟ, ਉਹ ਹਮਾਇਤ ਕਿੱਦਾਂ ਮਿਲ ਸਕੇ, ਇਸ ਕਾਰਨ ਉਹ ਕੀ ਕਰਦੇ ਨੇ, ਇੱਕ ਤੇ ਉਹਨਾਂ ਦਾ ਆਪਣਾ ਕੋਈ ਧਰਮ ਹੈ ਜਿਹਦੇ ਵਿੱਚ ਉਹਨਾਂ ਦਾ ਜਨਮ ਹੋਇਆ, ਜਿਸ ਦਾ ਉਹਨਾਂ ਪਹਿਰਾਵਾ, ਉਹ ਲਿਬਾਸ ਧਾਰਨ ਕੀਤਾ। ਹੁਣ ਉਹ ਸਾਰਿਆਂ ਦੀਆਂ ਵਾਹ ਖੱਟਣ ਵਾਸਤੇ, ਸਾਰਿਆਂ ਨੂੰ ਆਪਣਾ ਬਣਾਉਣ ਖਾਤਰ ਉਹ ਕੀ ਕਰਦੇ ਨੇ, ਉਹ ਸਿੱਖਾਂ ਦਾ ਜੇਕਰ ਕਿਤੇ ਕੋਈ ਪ੍ਰੋਗਰਾਮ ਹੋਵੇਗਾ, ਕੋਈ ਸਮਾਗਮ ਹੋਵੇਗਾ, ਉਹਦੇ ਵਿੱਚ ਵੀ ਹਾਜ਼ਰੀ ਭਰਨਗੇ ਜਾ ਕੇ। ਉੱਥੇ ਉਹ ਪੱਗ ਬੰਨ੍ਹ ਕੇ, ਦਸਤਾਰ ਸਜਾ ਕੇ ਚਲੇ ਜਾਣਗੇ। ਉੱਥੇ ਵੀ ਉਹ ਆਪਣੇ ਵਿਚਾਰ ਦੇਣਗੇ। ਜਿੱਥੇ ਕਿਤੇ ਮੁਸਲਮਾਨ ਵੀਰਾਂ ਦਾ ਕੋਈ ਕਾਰਜ ਹੋਵੇਗਾ, ਧਾਰਮਿਕ, ਕਿਸੇ ਮਦਰਸੇ ਦੇ ਵਿੱਚ, ਕਿਸੇ ਮਸੀਤ ਦੇ ਉੱਤੇ, ਉਹਦੇ ਵਿੱਚ ਵੀ ਉਹ ਜਾ ਕੇ ਹਾਜ਼ਰੀ ਭਰਨਗੇ। ਉੱਥੇ ਉਹ ਚਾਦਰ ਚੜਾ ਕੇ ਆਉਣਗੇ, ਉੱਥੇ ਵੀ ਆਪਣੇ ਵਿਚਾਰ ਦੇਣਗੇ। ਕਿਸੇ ਈਸਾਈ ਵੀਰ ਦਾ ਕੋਈ ਕਾਰਜ ਹੋਇਆ, ਉਹਨਾਂ ਵਿੱਚ ਵੀ ਉਹ ਚਰਚ ਵਿੱਚ ਪਹੁੰਚ ਕੇ ਉੱਥੇ ਵੀ ਉਹ ਸੰਬੋਧਨ ਕਰਨਗੇ। ਤੇ ਕਿਸੇ ਹਿੰਦੂ ਵੀਰ ਦੇ ਕਿਸੇ ਮੰਦਿਰ ਦੇ ਵਿੱਚ ਕੋਈ ਕਾਰਜ ਹੋਵੇ, ਕੋਈ ਕਥਾ, ਕੋਈ ਗੀਤਾ ਦੀ, ਕੋਈ ਰਾਮਾਇਣ ਦੀ ਹੋਵੇ, ਉਹਦੇ ਵਿੱਚ ਵੀ ਉਹ ਪਹੁੰਚ ਕੇ ਉਹ ਹਾਜ਼ਰੀ ਭਰਨਗੇ। ਤੇ ਸਾਧ ਸੰਗਤ ਜੀ ਉਹ ਕਿਸੇ ਇੱਕ ਧਰਮ ਦੇ ਨਾਲ ਸੰਬੰਧ ਨਹੀਂ ਰੱਖਦੇ। ਹਰ ਧਰਮ ਦਾ ਉਹ ਲਿਬਾਸ ਧਾਰਨ ਕਰਕੇ, ਪਹਿਰਾਵਾ ਪਹਿਨ ਕੇ ਹਰ ਧਰਮ ਦੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਪਰ ਉਹਨਾਂ ਨੂੰ ਪੁੱਛਿਆ ਜਾਵੇ ਤੁਹਾਡਾ ਆਪਣਾ ਧਰਮ ਕੀ ਹੈ, ਉਹ ਇਸ ਗੱਲ ਨੂੰ ਖੁੱਲ੍ਹ ਕੇ ਕਦੇ ਦੱਸ ਨਹੀਂ ਸਕਦੇ ਵੀ ਸਾਡਾ ਆਪਣਾ ਧਰਮ ਕੀ ਆ, ਅਸੀਂ ਕਿਹਨੂੰ ਮੰਨਦੇ ਹਾਂ। ਕਿਉਂ? ਕਿਉਂਕਿ ਉਹਨਾਂ ਨੇ ਸਾਰਿਆਂ ਦੀ ਵਾਹ, ਸਾਰਿਆਂ ਦੀਆਂ ਵੋਟਾਂ ਇਕੱਠੀਆਂ ਕਰਨੀਆਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤੇ ਕਾਰਜ, ਬਹੁਤੇ ਕੰਮ ਏਦਾਂ ਦੇ ਹੁੰਦੇ ਨੇ ਜਿਹੜੇ ਅਸੀਂ ਕਰਨਾ ਨਹੀਂ ਚਾਹੁੰਦੇ, ਪਰ ਸਾਨੂੰ ਵੇਖਾ ਵੇਖੀ ਕਰਨੇ ਪੈਂਦੇ ਨੇ। ਆਪ ਜੀ ਨੇ ਹੁਣੇ ਸਾਡੇ ਦੇਸ਼ ਦੇ ਵਿੱਚ ਕਈ ਧਾਰਮਿਕ ਲੀਡਰ, ਧਾਰਮਿਕ ਕੀ ਰਾਜਨੀਤਿਕ ਲੀਡਰ ਦੇਖੇ ਹੋਣਗੇ। ਉਹ ਜੇਕਰ ਪੰਜਾਬ ਵਿੱਚ ਜਾਂਦੇ ਨੇ ਤੇ ਦਸਤਾਰ ਸਜਾ ਕੇ ਜਾਂਦੇ, ਬਿਹਾਰ ਵਿੱਚ ਜਾਂਦੇ ਤੇ ਉਹਨਾਂ ਦਾ ਪਹਿਰਾਵਾ, ਮੁਸਲਮਾਨਾਂ ਨੂੰ ਮਿਲਣ ਜਾਂਦੇ ਉਹਨਾਂ ਦਾ ਲਿਬਾਸ ਪਾ ਲੈਂਦੇ, ਉਹ ਤਰ੍ਹਾਂ ਦੇ ਲਿਬਾਸ ਬਦਲੀ ਕਰਦੇ। ਰਾਜਸਥਾਨ ਦੇ ਵਿੱਚ ਉਹਨਾਂ ਲੋਕਾਂ ਨੂੰ ਮਿਲਦੇ ਤੇ ਉਹਨਾਂ ਦੀ ਉਹ ਦਸਤਾਰ, ਉਹਨਾਂ ਦੀ ਪੱਗ ਬੰਨ੍ਹ ਲੈਂਦੇ, ਉਹੋ ਜਿਹਾ ਲਿਬਾਸ ਪਾ ਲੈਂਦੇ। ਹਰ ਵਰਗ ਨੂੰ ਖੁਸ਼ ਕਰਨਾ ਚਾਹੁੰਦੇ। ਤੇ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ। ਇੱਥੇ ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ, ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵੀ ਕਦੇ ਵੀ ਪਰਮਾਤਮਾ ਦੇ ਗੁਣ ਜਿਹੜੇ ਨੇ, ਉਹਦੀ ਉਸਤਤ ਜਿਹੜੀ ਹੈ, ਵਡਿਆਈ ਜਿਹੜੀ ਹੈ, ਕਦੇ ਮਨ ਕਰਕੇ, ਕਦੇ ਖੁਸ਼ ਹੋ ਕੇ ਨਹੀਂ ਕਰੀ। ਜਿਹਦੇ ਵਿੱਚ ਮਨ ਦੀ ਸੰਤੁਸ਼ਟੀ ਹੋਵੇ ਨਾ, ਜਿਹਦੇ ਵਿੱਚ ਮਨ ਹਾਜ਼ਰੀ ਭਰੇ। ਕਿਉਂਕਿ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਅਹਿਮ ਰੋਲ ਨਿਭਾਉਂਦੀਆਂ ਨੇ। ਇੱਕ ਸਭ ਤੋਂ ਪਹਿਲਾਂ ਹੈ ਮਨ। ਮਨ ਸਾਡਾ ਨਾਲ ਹੋਣਾ ਜ਼ਰੂਰੀ ਹੈ, ਮਨ ਦੀ ਸਹਿਮਤੀ ਹੋਣਾ ਬਹੁਤ ਜ਼ਰੂਰੀ ਹੈ। ਮਨ ਤੋਂ ਬਾਅਦ ਦੇ ਵਿੱਚ ਆਉਂਦਾ ਹੈ ਕਰਮ। ਕਰਮ ਕਹਿੰਦੇ ਨੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਨਾ, ਉਹਦੇ ਵਿੱਚ ਵੀ ਸਾਡੀ ਹਾਜ਼ਰੀ ਲੱਗਣੀ ਚਾਹੀਦੀ ਹੈ। ਤੇ ਫਿਰ ਤੀਸਰਾ ਹੈ ਬਚਨ। ਬਚਨ ਕਰਕੇ ਜੋ ਮਨ ਦੇ ਵਿੱਚ ਹੈ ਉਹ ਸਾਡੀ ਜੀਭਾਂ ਤੇ ਹੋਣਾ ਚਾਹੀਦਾ ਹੈ। ਜੋ ਅੰਦਰ ਸੋਚਿਆ ਉਹ ਬੋਲਿਆ, ਜੋ ਬੋਲਿਆ ਉਹਨੂੰ ਕਰਕੇ ਦਿਖਾਇਆ। ਇਸ ਕਰਕੇ ਪਾਤਸ਼ਾਹ ਕਹਿੰਦੇ ਕਦੇ ਮਨ ਕਰਕੇ, ਮਨ ਦੀ ਹਾਜ਼ਰੀ ਤੋਂ, ਮਨ ਤੋਂ ਖੁਸ਼ ਹੋ ਕੇ ਪਰਮਾਤਮਾ ਦੇ ਗੁਣ ਕਦੇ ਵੀ ਨਹੀਂ ਗਾਏ। ਗੁਣ ਤੇ ਗਾਉਂਦਾ ਰਿਹਾ ਪਰ ਕਦੇ ਖੁਸ਼ ਹੋ ਕੇ ਨਹੀਂ ਗਾਏ। ਕਦੇ ਮਨ ਦੀ ਹਾਜ਼ਰੀ ਨਹੀਂ ਵਿੱਚ ਲਵਾਈ, ਮਨ ਦੀ ਉਪਸਥਿਤੀ ਵਿੱਚ ਨਹੀਂ ਸੀ। ਹੁਣ ਸਾਧ ਸੰਗਤ ਜੀ, ਕੋਈ ਮਨੁੱਖ ਜੇਕਰ ਕਿਸੇ ਧਾਰਮਿਕ ਸੰਸਥਾ ਦੇ ਨਾਲ ਜੁੜਿਆ, ਕੋਈ ਗੁਰਦੁਆਰੇ ਨਾਲ ਜੁੜਿਆ, ਕੋਈ ਮੰਦਰ, ਕੋਈ ਮਸਜਿਦ ਨਾਲ ਜੁੜਿਆ ਹੈ, ਪਾਤਸ਼ਾਹ ਜੀ ਇੱਥੇ ਜਿਹੜੀ ਮਨ ਦੀ ਗੱਲ ਕਰਦੇ ਨਾ, ਇੱਥੇ ਸਵਾਲ ਖੜਾ ਕਰਦੇ ਨੇ ਵੀ ਸਾਡਾ ਉਸ ਸੰਸਥਾ ਦੇ ਨਾਲ, ਉਸ ਧਰਮ ਦੇ ਨਾਲ ਜੁੜਨ ਦਾ ਉਦੇਸ਼ ਕੀ ਹੈ? ਅਸਲ
ਕਿਸ ਕਾਰਨ ਅਸੀਂ ਜੁੜੇ। ਹੁਣ ਸਾਧ ਸੰਗਤ ਜੀ, ਸਿੱਖ ਧਰਮ ਦੇ ਵਿੱਚ ਅਕਸਰ ਹਰ ਗੁਰਦੁਆਰੇ ਦੇ ਵਿੱਚ ਲੰਗਰ ਵਰਤਦਾ ਹੈ, ਲੰਗਰ ਵਰਤਾਇਆ ਜਾਂਦਾ, ਲੋੜਵੰਦ ਲੋਕ ਆ ਕੇ ਲੰਗਰ ਛਕਦੇ ਨੇ। ਕਈ ਲੋਕ ਜਿਹੜੇ ਇਸ ਤਰ੍ਹਾਂ ਦੇ ਨੇ, ਉਹ ਪਹਿਲਾਂ ਕਿਸੇ ਹੋਰ ਥਾਂ ਤੇ ਜਾਂਦੇ ਸੀ, ਮੰਨ ਸਕਦੇ ਅਸੀਂ ਕਿਸੇ ਗਿਰਜਾ ਘਰ ਦੇ ਵਿੱਚ ਜਾਂਦੇ ਹੋਣ, ਪਰ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਗੁਰਦੁਆਰੇ ਦੇ ਵਿੱਚ ਲੰਗਰ ਦੇ ਵਿੱਚ ਜਾ ਕੇ ਲੰਗਰ ਵਰਤਦਾ ਹੈ, ਉਹਨਾਂ ਉਸ ਥਾਂ ਨੂੰ ਛੱਡ ਦਿੱਤਾ, ਉਹਨਾਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ। ਉਹ ਗੁਰਦੁਆਰੇ ਆਉਂਦੇ, ਮੱਥਾ ਟੇਕਦੇ ਤੇ ਲੰਗਰ ਵਿੱਚ ਜਾ ਕੇ ਲੰਗਰ ਛਕਦੇ। ਤੇ ਅਕਸਰ ਕੀ ਹੋਇਆ, ਕੁਝ ਸਮੇਂ ਤੋਂ, ਜਿਸ ਤਰ੍ਹਾਂ ਹੁਣ ਕੋਵਿਡ ਚੱਲਦਾ ਸੀ, ਆਮ ਗੁਰਦੁਆਰਿਆਂ ਵਿੱਚ ਲੰਗਰ ਬੰਦ ਕਰ ਦਿੱਤੇ ਗਏ। ਉਹ ਰੂਟੀਨ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦੇ ਨੇ, ਪਰ ਜਦ ਉਹਨਾਂ ਦੇਖਿਆ ਨਾ ਵੀ ਇੱਥੇ ਲੰਗਰ ਨਹੀਂ ਵਰਤਦਾ, ਤੇ ਉਹਨਾਂ ਨੇ ਆਉਣਾ ਬੰਦ ਕਰ ਦਿੱਤਾ। ਹੁਣ ਇਹਦੇ ਪਿੱਛੇ ਸਵਾਲ ਇਹ ਖੜਾ ਹੁੰਦਾ ਹੈ ਕਿ ਤੁਹਾਡਾ ਇੱਥੇ ਆਉਣਾ ਸਿਰਫ ਤੇ ਸਿਰਫ ਲੰਗਰ ਦੀ ਖਾਤਰ ਹੀ ਜੁੜਿਆ ਸੀ, ਕਿਸੇ ਪਦਾਰਥ ਦੀ ਖਾਤਰ, ਕਿਸੇ ਖੁਆਇਸ਼ ਦੇ ਨਾਲ ਹੀ ਜੁੜਿਆ ਸੀ। ਅਸਲ ਦੇ ਵਿੱਚ ਤੁਸੀਂ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਤੁਸੀਂ ਨਹੀਂ ਆਏ, ਤੁਸੀਂ ਸਿਰਫ ਤੇ ਸਿਰਫ ਆਪਣੀ ਪੇਟ ਦੀ ਭੁੱਖ ਮਿਟਾਉਣ ਵਾਸਤੇ ਆਏ। ਤੇ ਸਤਿਗੁਰੂ ਪਾਤਸ਼ਾਹ ਫਿਰ ਇੱਥੇ ਇਹੀ ਤੇ ਸਮਝਾਉਣ ਦਾ ਯਤਨ ਕਰਦੇ ਨੇ ਵੀ ਮਨ ਕਰਕੇ ਕਦੇ ਵੀ ਪਰਮਾਤਮਾ ਦੇ ਗੁਣ ਨਹੀਂ ਗਾਏ, ਜਿਸ ਵਿੱਚ ਮਨ ਦੀ ਹਾਜ਼ਰੀ ਲੱਗਦੀ ਹੋਵੇ। ਸਿਰਫ ਤੇ ਸਿਰਫ ਵਸਤੂਆਂ ਦੇ ਪਿੱਛੇ, ਪਦਾਰਥਾਂ ਦੇ ਪਿੱਛੇ। ਹੁਣ ਮਾਫ ਕਰਨਾ ਸਾਧ ਸੰਗਤ ਜੀ, ਬਹੁਤ ਵਾਰ ਏਦਾਂ ਹੁੰਦਾ ਹੈ ਵੀ ਜਿੱਥੇ ਗਿਆਨ ਵਿਹੂਣੇ ਲੋਕ ਹੋਣ ਨਾ, ਜਿਨ੍ਹਾਂ ਨੂੰ ਇੰਨਾ ਗਿਆਨ ਨਹੀਂ, ਇੰਨਾ ਇਲਮ ਨਹੀਂ, ਸਮਝ ਨਹੀਂ, ਉਹ ਏਦਾਂ ਦੇ ਸਵਾਲ ਖੜੇ ਕਰ ਦਿੰਦੇ ਨੇ। ਉਹ ਏਦਾਂ ਦੇ ਸਵਾਲ ਕਰ ਦਿੰਦੇ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ਸਾਡੇ ਮਨ ਦੇ ਵਿੱਚੋਂ ਫਿਰ ਅਸ਼ਰਧਾ ਦਾ ਭਾਵ ਜਿਹੜਾ ਨਾ ਉਹ ਪੈਦਾ ਕਰਦੇ ਨੇ। ਅਸੀਂ ਹੌਲੀ ਹੌਲੀ ਫਿਰ ਉਹਨਾਂ ਸੰਸਥਾਵਾਂ ਤੋਂ ਟੁੱਟਦੇ ਜਾਂਦੇ ਹਾਂ। ਹੁਣ ਕਿਸੇ ਸਵਾਲ ਕੀਤਾ ਵੀ ਅਸੀਂ ਤੇ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਾਂ ਇਸ ਕਰਕੇ ਵੀ ਸਾਨੂੰ ਇੱਥੋਂ ਸਾਰਾ ਕੁਝ ਪ੍ਰਾਪਤ ਹੁੰਦਾ, ਇੱਥੋਂ ਸਾਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ, ਜੋ ਅਸੀਂ ਮੰਗਿਆ ਸਾਨੂੰ ਪਦਾਰਥ ਮਿਲੇ। ਸਾਡੇ ਕੋਲ ਪਹਿਲਾਂ ਕੁਝ ਵੀ ਨਹੀਂ ਸੀ, ਜਦੋਂ ਅਸੀਂ ਇੱਥੇ ਆਉਣਾ ਸ਼ੁਰੂ ਕੀਤਾ ਨਾ, ਸਾਨੂੰ ਸਭ ਕੁਝ ਮਿਲਿਆ। ਅਸੀਂ ਤੇ ਇਸ ਕਰਕੇ ਗੁਰਦੁਆਰੇ ਨੂੰ ਮੰਨਦੇ ਹਾਂ। ਪਹਿਲਾਂ ਅਸੀਂ ਕਿਸੇ ਹੋਰ ਨੂੰ ਮੰਨਦੇ ਸੀ, ਪਰ ਜਦੋਂ ਦੇ ਅਸੀਂ ਇੱਥੇ ਜੁੜੇ, ਅਸੀਂ ਫਿਰ ਗੁਰੂ ਘਰ ਦੇ ਨਾਲ ਹੀ ਜੁੜ ਗਏ, ਕਿਉਂਕਿ ਸਭ ਕੁਝ ਇੱਥੋਂ ਮਿਲਦਾ। ਹੁਣ ਸਾਧ ਸੰਗਤ ਜੀ, ਇੱਥੇ ਸਵਾਲ ਖੜਾ ਹੁੰਦਾ ਹੈ ਵੀ ਅਸੀਂ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕਰਕੇ ਮੰਨਦੇ ਹਾਂ ਵੀ ਇੱਥੋਂ ਸਾਨੂੰ ਸਭ ਕੁਝ ਪ੍ਰਾਪਤ ਹੋਇਆ, ਅਸੀਂ ਜੋ ਕੁਝ ਮੰਗਿਆ। ਹੁਣ ਇੱਕ ਸਵਾਲ ਇੱਥੇ ਖੜਾ ਹੋਵੇਗਾ, ਕੁਐਸਚਨ ਮਾਰਕ ਹੋਵੇਗਾ, ਅੱਜ ਤੱਕ ਜੋ ਮੰਗਿਆ ਉਹ ਇੱਥੋਂ ਮਿਲਦਾ ਰਿਹਾ, ਕੱਲ ਨੂੰ ਹੋ ਸਕਦਾ ਅਸੀਂ ਅਰਦਾਸ ਬੇਨਤੀ ਕਰਕੇ ਕੋਈ ਪਦਾਰਥ, ਕੋਈ ਪੁੱਤਰ ਦੀ, ਕੋਈ ਧੀ ਦੀ ਕੋਈ ਦਾਤ ਮੰਗੀਏ, ਹੋ ਸਕਦਾ ਸਾਨੂੰ ਨਾ ਮਿਲੇ, ਹੋ ਸਕਦਾ ਸਾਨੂੰ ਨਾ ਮਿਲੇ। ਤੇ ਫਿਰ ਸਾਧ ਸੰਗਤ ਜੀ, ਸਵਾਲ ਇਹ ਖੜਾ ਹੁੰਦਾ, ਹੁਣ ਤੱਕ ਮਿਲਿਆ, ਅਸੀਂ ਜੁੜੇ ਰਹੇ, ਜਿੱਦਣ ਨਹੀਂ ਮਿਲੇਗਾ ਉਦਣ ਇਹ ਦਰ ਛੱਡ ਕੇ ਅਸੀਂ ਚਲੇ ਜਾਵਾਂਗੇ। ਕਿਉਂਕਿ ਜੇਕਰ ਪਦਾਰਥਾਂ ਦੇ ਵਿੱਚ ਅਸੀਂ ਇਹਦੀ ਤੁਲਨਾ ਕਰਾਂਗੇ, ਫਿਰ ਤੇ ਗੱਲ ਇਹ ਹੈ ਵੀ ਕੋਈ ਗਵਾਂਢੀ ਕਿਸੇ ਦੇ ਕੋਲ ਮੰਗਣ ਜਾਂਦਾ, ਗਵਾਂਢ ਚੋਂ ਚਾਹ ਪੱਤੀ, ਖੰਡ, ਹਰ ਇੱਕ ਵਸਤੂ ਮੰਗ ਲੈਂਦਾ। ਜਿੰਨਾ ਚਿਰ ਤੇ ਤੁਸੀਂ ਉਹਨਾਂ ਨੂੰ ਦੋਗੇ, ਤੁਸੀਂ ਉਹਨਾਂ ਦੇ ਗਵਾਂਢੀ ਬਣੇ ਰਹੋਗੇ, ਮੇਲ ਮਿਲਾਪ ਰਹੇਗਾ। ਜਿੱਦਣ ਤੁਸੀਂ ਮਨਾ ਕਰ ਦਿੱਤਾ ਵੀ ਸਾਡੇ ਕੋਲ ਨਹੀਂ, 2-4 ਵਾਰੀ ਮਨਾ ਕਰ ਦਿਓ, ਤੇ ਜਿਹੜੀ ਵਿੱਚ ਦੀਵਾਲ ਹੈ ਨਾ ਉਹ ਫਿਰ ਵੱਡੀ ਹੋ ਜਾਏਗੀ, ਹੋਰ ਉੱਚੀ ਹੋ ਜਾਏਗੀ, ਉਹ ਖਿੜਕੀ ਫਿਰ ਬੰਦ ਹੋ ਜਾਏਗੀ। ਕਿਉਂ? ਤੁਹਾਡੇ ਤੋਂ ਸਾਨੂੰ ਆਸਰਾ ਹੀ ਕੋਈ ਨਹੀਂ, ਤੁਸੀਂ ਸਾਡੇ ਗਵਾਂਢੀ ਨਹੀਂ। ਤੇ ਸਤਿਗੁਰ ਪਾਤਸ਼ਾਹ ਫਿਰ ਸਮਝਾਉਣਾ ਇਹ ਚਾਹੁੰਦੇ ਨੇ ਵੀ ਅਸੀਂ ਪਦਾਰਥਾਂ ਕਰਕੇ ਕੀ ਗੱਲ, ਕਿਸੇ ਵਸਤੂ ਦੇ ਨਾਲ, ਕਿਸੇ ਮਨੁੱਖ ਦੇ ਨਾਲ, ਕਿਸੇ ਧਾਰਮਿਕ ਸੰਸਥਾ ਦੇ ਨਾਲ, ਜਾਂ ਏਦਾਂ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਵੀ ਸਾਨੂੰ ਇੱਥੋਂ ਕੁਝ ਪ੍ਰਾਪਤ ਹੁੰਦਾ ਹੈ। ਜੇਕਰ ਸਾਨੂੰ ਇੱਥੋਂ ਕੁਝ ਪ੍ਰਾਪਤ ਹੋਵੇਗਾ ਤੇ ਅਸੀਂ ਜੁੜੇ ਹਾਂ, ਜਿੱਦਣ ਇੱਥੋਂ ਨਹੀਂ ਮਿਲੇਗਾ ਤੇ ਸਾਧ ਸੰਗਤ ਜੀ ਉਦਣ ਇਹ ਦਰ ਛੱਡ ਕੇ ਚਲੇ ਜਾਵਾਂਗੇ। ਤੇ ਸਭ ਤੋਂ ਵੱਡੀ ਘਟਨਾ ਹੀ ਜ਼ਿੰਦਗੀ ਵਿੱਚ ਇਹ ਵਾਪਰਦੀ ਹੈ ਲੋਕਾਂ ਦੇ ਵੀ ਉਹ ਪਹਿਲਾਂ ਸ਼ਰਧਾ ਭਾਵਨਾ ਦੇ ਨਾਲ, ਸੰਸਥਾਵਾਂ ਦੇ ਨਾਲ, ਗੁਰਦੁਆਰਿਆਂ ਨਾਲ, ਮੰਦਰਾਂ ਨਾਲ ਜੁੜ ਜਾਂਦੇ ਨੇ, ਪਰ ਸਾਧ ਸੰਗਤ ਜੀ ਸਾਡੀ ਇੱਛਾ ਅਨੁਸਾਰ ਜਦੋਂ ਨਹੀਂ ਕੁਝ ਪ੍ਰਾਪਤ ਹੁੰਦਾ ਨਾ, ਫਿਰ ਸਾਡਾ ਮਨ ਟੁੱਟ ਜਾਂਦਾ ਹੈ। ਹੁਣ ਦੇਖੋ, ਕਹਿੰਦੇ ਵੀ ਘਰ ਦੇ ਵਿੱਚ
ਕਿਸੇ ਸੰਤਾਨ ਦਾ, ਕਿਸੇ ਬੱਚੇ ਦਾ ਜਨਮ ਹੋਣ ਵਾਲਾ ਹੈ, ਪਿਤਾ ਸੋਚਦਾ ਵੀ ਮੇਰੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਵੇ, ਮਾਂ ਸੋਚਦੀ ਹੈ ਧੀ ਪੈਦਾ ਹੋਵੇ। ਦੋਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਅਰਦਾਸ ਕੀਤੀ। ਉਹ ਇੱਕ ਨੇ ਪੁੱਤਰ ਦੀ ਦਾਤ ਮੰਗੀ, ਇੱਕ ਨੇ ਧੀ ਦੀ ਦਾਤ ਮੰਗੀ, ਜਾਂ ਹੋ ਸਕਦਾ ਦੋਨਾਂ ਨੇ ਹੀ ਧੀ ਦੀ ਮੰਗੀ ਜਾਂ ਦੋਨਾਂ ਨੇ ਪੁੱਤਰ ਦੀ ਮੰਗੀ। ਪਰ ਸਾਧ ਸੰਗਤ ਜੀ, ਦੋਨਾਂ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਕੋਈ ਮੁਕੰਮਲ ਗੱਲ ਨਹੀਂ। ਵੀ ਹੋ ਵੀ ਸਕਦੀਆਂ, ਹੋ ਸਕਦਾ ਪਰਮਾਤਮਾ ਜੋੜੇ ਬਖਸ਼ ਦੇਵੇ ਤਾਂ ਹੋ ਵੀ ਸਕਦੀਆਂ ਨੇ, ਪਰ ਉਹਨਾਂ ਚੋਂ ਕਿਸੇ ਇੱਕ ਦੀ ਅਰਦਾਸ ਬੇਨਤੀ ਇੱਥੇ ਕਬੂਲ ਹੋਵੇਗੀ, ਜਾਂ ਪੁੱਤਰ ਹੋਵੇਗਾ ਜਾਂ ਧੀ ਹੋਵੇਗੀ। ਸਾਧ ਸੰਗਤ ਜੀ, ਜਿਹਦੀ ਬੇਨਤੀ ਸੁਣੀ ਗਈ, ਜਿਹਦੀ ਖੁਆਇਸ਼ ਅਨੁਸਾਰ ਪੁੱਤਰ ਮਿਲਿਆ, ਉਹ ਤੇ ਬੜਾ ਖੁਸ਼, ਪਰ ਜਿਹਦੀ ਇੱਛਾ ਅਨੁਸਾਰ ਨਹੀਂ ਮਿਲਿਆ, ਉਹਦਾ ਮਨ ਟੁੱਟ ਗਿਆ। ਉਹ ਇਸ ਦਰ ਤੋਂ ਟੁੱਟ ਗਿਆ, ਹੁਣ ਦੂਰ ਹੋਣਾ ਚਾਹੁੰਦਾ ਹੈ। ਇਸ ਕਰਕੇ ਅਸੀਂ ਜੇਕਰ ਪਹਿਲਾਂ ਤੋਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਤਿਆਰ ਕਰੀਏ ਵੀ ਜੋ ਕੁਝ ਮੰਗਣਾ ਨਾ, ਉਹਦੇ ਵਿੱਚ ਅਸੀਂ ਆਪਣੀ ਇਹ ਆਪਸ਼ਨ ਇਹ ਰੱਖੀਏ ਅੱਗੇ ਮੰਗਣ ਵਾਸਤੇ ਵੀ ਸਤਿਗੁਰੂ ਪਾਤਸ਼ਾਹ ਚਾਹੇ ਪੁੱਤਰ ਦੇ ਦੇਵੀਂ ਤੇ ਚਾਹੇ ਧੀ ਦੇ ਦੇਵੀਂ, ਤੇਰੀ ਖੁਸ਼ੀ ਹੈ, ਜੋ ਤੂੰ ਦੇ ਦੇਵੇਂਗਾ ਸਾਨੂੰ ਦੋਨੋਂ ਹੀ ਪ੍ਰਵਾਨ ਨੇ, ਅਸੀਂ ਦੋਨਾਂ ਦੇ ਵਿੱਚ ਹੀ ਖੁਸ਼ ਹਾਂ। ਤੇ ਸਤਿਗੁਰੂ ਪਾਤਸ਼ਾਹ ਫਿਰ ਇਹ ਸਮਝਾਉਣ ਦਾ ਸਾਨੂੰ ਯਤਨ ਕਰਦੇ ਨੇ ਵੀ ਹੇ ਭਲੇ ਮਨੁੱਖਾ, ਕਦੇ ਮਨ ਕਰਕੇ, ਮਨ ਦੀ ਹਾਜ਼ਰੀ ਜਿਹਦੇ ਵਿੱਚ ਹੋਵੇ, ਮਨ ਦੀ ਉਪਸਥਿਤੀ ਜਿਹਦੇ ਵਿੱਚ ਹੋਵੇ, ਕਦੇ ਉਹ ਪਰਮਾਤਮਾ ਦੇ ਗੁਣ ਤੂੰ ਗਾਏ ਨਹੀਂ। ਪਰਮਾਤਮਾ ਦਾ ਭਜਨ, ਉਹਦੀ ਬੰਦਗੀ ਕਦੇ ਇਸ ਕਰਕੇ ਨਹੀਂ ਕੀਤਾ ਵੀ ਜਿਹਦੇ ਵਿੱਚ ਮਨ ਕਰਕੇ ਤੂੰ ਖੁਸ਼ ਹੋਵੇਂ। ਤੇ ਸਤਿਗੁਰੂ ਪਾਤਸ਼ਾਹ ਇਹਦੇ ਬਾਬਤ ਸ਼ਬਦ ਵਰਤਦੇ ਨੇ। ਪਾਤਸ਼ਾਹ ਕਹਿੰਦੇ, ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਕਹਿੰਦੇ ਜਿਹੜਾ ਮਨੁੱਖ ਨਾ ਬੱਧਾ ਚੱਟੀ ਸਾਧ ਸੰਗਤ ਜੀ ਉਹ ਹੁੰਦਾ ਹੈ ਜਿਹਦੇ ਵਿੱਚ ਮੇਰਾ ਮਨ ਉਹ ਕੰਮ ਕਰਨ ਨੂੰ ਖੁਸ਼ ਨਹੀਂ, ਮਨ ਮੰਨਦਾ ਨਹੀਂ, ਫਿਰ ਵੀ ਮੈਨੂੰ ਕਰਨਾ ਪੈਂਦਾ, ਮੈਨੂੰ ਉਹ ਕੰਮ ਕਰਨਾ ਪੈਂਦਾ। ਜਿਸ ਤਰ੍ਹਾਂ ਤੁਸੀਂ ਦੇਖੋ ਵੀ ਕਿਸੇ ਨੇ ਕੋਈ ਨਿਯਮ ਤੋੜਿਆ ਨਾ, ਜਦੋਂ ਕਹਿੰਦੇ ਵੀ ਕੋਈ ਪਾਪ ਕੀਤਾ, ਗੁਨਾਹ ਕੀਤਾ, ਤੇ ਫਿਰ ਕੋਰਟ ਦੇ ਵਿੱਚ ਉਹਨੂੰ ਸਜ਼ਾ ਲਾਈ ਜਾਂਦੀ ਹੈ, ਇੰਨੇ ਹਜ਼ਾਰ ਦਾ ਜੁਰਮਾਨਾ ਭਰਨਾ ਪਏਗਾ। ਕੀ ਜੁਰਮਾਨਾ ਭਰਨ ਵਾਲਾ ਮਨੁੱਖ ਉਹ ਜੁਰਮਾਨਾ ਖੁਸ਼ ਹੋ ਕੇ ਭਰ ਰਿਹਾ? ਉਹਦੀ ਆਤਮਾ ਨਹੀਂ ਮੰਨ ਰਹੀ, ਉਹ ਖੁਸ਼ ਨਹੀਂ, ਪਰ ਉਹਨੂੰ ਦੇਣਾ ਪੈ ਰਿਹਾ ਹੈ। ਉਹਦੀ ਆਤਮਾ ਸੰਤੁਸ਼ਟ ਨਹੀਂ, ਖੁਸ਼ ਨਹੀਂ, ਉਹਨੂੰ ਦੇਣਾ ਪੈ ਰਿਹਾ। ਤੇ ਉਹ ਜੁਰਮਾਨਾ ਜਿਹੜਾ ਭਰਿਆ ਨਾ, ਮੇਰਾ ਮਨ ਵੀ ਖੁਸ਼ ਨਹੀਂ, ਤੇ ਉਹ ਅੱਗੇ ਜਿੱਥੇ ਜਾਵੇਗਾ ਉਹਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਮੈਂ ਕੋਈ ਭਲਾਈ ਦਾ ਕੰਮ ਕੀਤਾ, ਮੈਂ ਕਿਸੇ ਨੂੰ ਦਾਨ ਦਿੱਤਾ, ਉਹ ਕਿਸੇ ਕਾਰਜ ਵਿੱਚ ਨਹੀਂ ਗਿਣਿਆ ਜਾਵੇਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਬੱਧਾ ਚੱਟੀ ਜੋ ਪਰੈ, ਨਾ ਗੁਣ ਨਾ ਉਪਕਾਰ। ਨਾ ਉਹਦੇ ਵਿੱਚ ਸਾਡਾ ਭਲਾ ਹੁੰਦਾ, ਨਾ ਕਿਸੇ ਦਾ ਭਲਾ ਹੁੰਦਾ, ਨਾ ਗੁਣ ਹੈ ਨਾ ਉਪਕਾਰ ਹੈ। ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਪਾਤਸ਼ਾਹ ਕਹਿੰਦੇ, ਕਾਰਜ ਕਿਹੜਾ ਰਾਸ ਆਉਂਦਾ, ਕਿਹੜਾ ਕੰਮ ਹੋ ਜਾਂਦਾ, ਜਿਸ ਕੰਮ ਨੂੰ ਸਾਧ ਸੰਗਤ ਜੀ ਖੁਸ਼ ਹੋ ਕੇ ਮਨ ਨਾਲ ਕੀਤਾ ਜਾਵੇ। ਕੋਈ ਮਨੁੱਖ ਭੱਜ ਕੇ ਖੁਸ਼ ਹੋ ਕੇ ਮਨ ਦੇ ਨਾਲ ਉਹ ਕੰਮ ਨੂੰ ਕਰੇ, ਕਹਿੰਦੇ ਉਹ ਕੰਮ ਸਬਰ ਜਾਂਦਾ, ਉਹ ਹੋ ਜਾਂਦਾ। ਜਿਸ ਦਿਨ ਕੋਈ ਬੀਬੀ ਨਾ ਗੁੱਸੇ ਦੇ ਵਿੱਚ, ਉਹਦਾ ਮਨ ਨਹੀਂ ਕਰਦਾ ਵੀ ਮੈਂ ਦਾਲ ਸਬਜ਼ੀ ਬਣਾਵਾਂ, ਸਬਜ਼ੀ ਬਣਾਉਣ ਨੂੰ ਜੀ ਨਹੀਂ ਕਰਦਾ, ਪਰ ਉਹਨੂੰ ਬਣਾਉਣੀ ਪੈ ਰਹੀ ਹੈ, ਤੇ ਉਦਣ ਸਾਧ ਸੰਗਤ ਜੀ ਉਹ ਸਵਾਦ ਨਹੀਂ ਬਣੇਗੀ, ਉਹਦੇ ਵਿੱਚ ਮਿਰਚਾਂ ਜ਼ਿਆਦਾ ਹੋਣਗੀਆਂ, ਲੂਣ ਘੱਟ ਹੋਵੇਗਾ। ਹੋ ਸਕਦਾ ਭਿੰਡੀਆਂ ਦੀ ਸਬਜ਼ੀ ਹੋਵੇ, ਉਹਦੇ ਵਿੱਚ ਉਹ ਤਰੀ ਉਹ ਬਣਾ ਦੇਵੇ ਉਹਦੀ, ਕਿਉਂ? ਕਿਉਂਕਿ ਉਹਦਾ ਮਨ ਨਹੀਂ ਉਹਨੂੰ ਕਰਨ ਨੂੰ ਕਰ ਰਿਹਾ ਸੀ। ਇਸ ਕਰਕੇ ਉਹਨੇ ਬੱਧਾ ਚੱਟੀ ਦੇ ਵਿੱਚ ਉਹ ਕੰਮ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਬੰਦਿਸ਼ ਬਣਾ ਲੈਂਦੇ ਹਾਂ ਵੀ ਬੰਦਿਸ਼ ਹੈ। ਸ਼ਾਇਦ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਗੁਰੂ ਦੀ ਬਾਣੀ ਪੜ੍ਹਨਾ ਸਾਨੂੰ ਬੰਦਿਸ਼ ਲੱਗਦੀ ਹੈ ਵੀ ਹੋਰ ਧਰਮ ਤੇ ਬੜੇ ਚੰਗੇ ਨੇ, ਉਹਨਾਂ ਵਿੱਚ ਇਸ ਤਰ੍ਹਾਂ ਨਹੀਂ, ਸਿੱਖ ਧਰਮ ਵਿੱਚ ਸਾਨੂੰ ਇਸ ਤਰ੍ਹਾਂ ਕਰਨਾ ਪੈਂਦਾ, ਬੜਾ ਲੰਮੇਰਾ ਸਾਨੂੰ ਨਿਤਨੇਮ ਕਰਨਾ ਪੈਂਦਾ, ਸਾਨੂੰ ਇਹ ਬੰਦਿਸ਼ ਜਾਪਦੀ ਹੈ। 5 ਕਕਾਰ ਧਾਰਨ ਕਰਨੇ ਸਾਨੂੰ ਬੰਦਿਸ਼ ਜਾਪਦੀ ਹੈ। ਸਿਰ ਦੇ ਉੱਤੇ ਦਸਤਾਰ ਸਜਾਉਣੀ ਸਾਨੂੰ ਬੜਾ ਬੰਦਿਸ਼ ਜਾਪਦੀ ਹੈ। ਤੇ ਸਾਧ ਸੰਗਤ ਜੀ, ਜਿੰਨਾ ਚਿਰ ਤੱਕ ਇਹ ਬੰਦਿਸ਼ ਰਹੇਗੀ ਸਾਡੇ ਵਾਸਤੇ, ਅਸੀਂ ਇਸ ਕੰਮ ਨੂੰ ਕਦੇ ਖੁਸ਼ ਹੋ ਕੇ ਸਵੀਕਾਰ ਨਹੀਂ ਕਰਾਂਗੇ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਮੰਨਦੇ ਹਾਂ? ਅਸੀਂ ਪਦਾਰਥਾਂ ਦੇ ਨਾਲ ਤੁਲਨਾ ਨਹੀਂ ਕਰਦੇ ਵੀ ਸਾਨੂੰ ਇੱਥੋਂ ਪਦਾਰਥ ਪ੍ਰਾਪਤ ਹੁੰਦੇ ਨੇ, ਸਾਨੂੰ ਵਸਤੂਆਂ ਪ੍ਰਾਪਤ ਹੁੰਦੀਆਂ, ਅਸੀਂ ਤਾਂ ਗੁਰਦੁਆਰੇ ਆਉਂਦੇ ਹਾਂ।
ਸਾਧ ਸੰਗਤ ਜੀ, ਇੱਕ ਗਰੀਬ ਮਨੁੱਖ ਹੈ ਨਾ, ਜਿਹਦੇ ਕੋਲ ਕੁਝ ਨਹੀਂ, ਸਾਰੀ ਜ਼ਿੰਦਗੀ ਕਮਾਈ ਕੀਤੀ, ਉਹ ਚੰਗਾ ਮਕਾਨ ਵੀ ਨਹੀਂ ਪਾ ਸਕਿਆ, ਤੇ ਉਹਨੂੰ ਕੋਈ ਧਨਾੜ ਮਨੁੱਖ ਆਇਆ, ਉਹਨੇ ਉਹਨੂੰ 10-15 ਲੱਖ ਰੁਪਈਆ ਦਿੱਤਾ, ਉਹਦਾ ਮਕਾਨ ਬਣਾ ਦਿੱਤਾ। ਤੇ ਸਾਧ ਸੰਗਤ ਜੀ, ਉਹ ਜਿਸ ਧਰਮ ਨੂੰ ਮੰਨਦਾ ਨਾ, ਉਹ ਧਰਮ ਨੂੰ ਮੰਨਣਾ, ਉਸ ਧਰਮ ਦੇ ਰਹਿਬਰ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ। ਉਹਦੇ ਵਾਸਤੇ ਮਾਇਨਾ ਉਹ ਮਨੁੱਖ ਰੱਖਦਾ ਜਿਹਨੇ ਉਹਨੂੰ ਅਮੀਰ ਬਣਾ ਦਿੱਤਾ, ਉਹਦੀ ਕੰਗਾਲੀ ਕੱਟ ਦਿੱਤੀ। ਉਹ ਤੇ ਉਹਦੇ ਗੁਣ ਗਾਏਗਾ ਨਾ, ਭਾਈ ਤੂੰ ਹੀ ਮੇਰੇ ਵਾਸਤੇ ਪਰਮਾਤਮਾ, ਤੂੰ ਹੀ ਉਹ ਮੇਰਾ ਦਾਤਾ ਹੈ। ਕਿਉਂ? ਕਿਉਂਕਿ ਤੂੰ ਮੈਨੂੰ ਇੰਨਾ ਕੁਝ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਤੁਲਨਾ ਅਸੀਂ ਪਦਾਰਥਾਂ ਵਿੱਚ ਕਦੇ ਨਾ ਕਰੀਏ। ਜੇਕਰ ਪਦਾਰਥਾਂ ਵਿੱਚ ਕਰਾਂਗੇ ਸਾਧ ਸੰਗਤ ਜੀ, ਫਿਰ ਇਹ ਗੱਲ ਸੋਚ ਕੇ ਤੁਰਨਾ ਪਵੇਗਾ। ਅੱਜ ਇਹਦੇ ਨਾਲ ਜੁੜੇ ਹਾਂ, ਕੱਲ ਨੂੰ ਹੋ ਸਕਦਾ ਸਾਡੀਆਂ ਮਨ ਇੱਛਾਵਾਂ ਪੂਰੀਆਂ ਨਾ ਹੋਣ ਤੇ ਕੱਲ ਨੂੰ ਟੁੱਟਣਾ ਪਵੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਮੰਨਦੇ ਹਾਂ, ਕਿਉਂ ਮੱਥਾ ਟੇਕਦੇ ਹਾਂ? ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਏਦਾਂ ਦੇ ਗਿਆਨ ਦੇ ਸੂਮੇ, ਏਦਾਂ ਦਾ ਗੁਰੂ ਹੈ ਸਾਧ ਸੰਗਤ ਜੀ। ਇਹਦੇ ਵਿੱਚ ਉਹਨਾਂ ਭਗਤਾਂ ਦੀ, ਉਹਨਾਂ ਕ੍ਰਾਂਤੀਕਾਰੀ ਲੋਕਾਂ ਦੀ ਬਾਣੀ ਦਰਜ ਕੀਤੀ ਗਈ, ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਦੇ ਕ੍ਰਾਂਤੀ ਲਿਆ ਕੇ ਰੱਖ ਦਿੱਤੀ, ਤਖਤਾ ਪਲਟ ਕੇ ਰੱਖ ਦਿੱਤਾ। ਇੱਕ ਇਸਤਰੀ ਨੂੰ ਕਦੇ ਉਹਨੂੰ ਸਤੀ ਪ੍ਰਥਾ ਜਿਹੜੀ ਚੱਲਦੀ ਸੀ ਹਿੰਦੁਸਤਾਨ ਵਿੱਚ, ਉਹਦੇ ਕਾਰਨ ਨਾ ਉਹਦਾ ਦਿਲ ਨਹੀਂ ਸੀ ਕਰਦਾ, ਪਰ ਆਪਣੇ ਪਤੀ ਦੇ ਨਾਲ ਉਹਨੂੰ ਜਿਉਂਦਿਆਂ ਜੀ ਸੜਨਾ ਪੈਂਦਾ ਸੀ। ਉਹਦਾ ਦਿਲ ਨਹੀਂ ਕਰਦਾ, ਪਰ ਉਹਨੂੰ ਸੜਨਾ ਪੈਂਦਾ ਸੀ। ਇਹ ਪ੍ਰਥਾ ਹਿੰਦੁਸਤਾਨ ਵਿੱਚ ਚੱਲਦੀ ਸੀ। ਇਹ ਪ੍ਰਥਾ ਨੂੰ ਕਿਹਨੇ ਤੋੜਿਆ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪ੍ਰਥਾ ਨੂੰ ਹਿੰਦੁਸਤਾਨ ਤੋਂ ਖਤਮ ਕਰ ਦਿੱਤਾ। ਬਾਦਸ਼ਾਹ ਅਕਬਰ ਨੇ ਇਹ ਕਾਨੂੰਨ ਖਤਮ ਕਰਕੇ ਰੱਖ ਦਿੱਤਾ ਵੀ ਏਦਾਂ ਦੀ ਸਤੀ ਪ੍ਰਥਾ ਹਿੰਦੁਸਤਾਨ ਵਿੱਚ ਨਹੀਂ ਰਹੇਗੀ। ਤੇ ਇਹਦਾ ਪ੍ਰਚਾਰ ਕਿਹਨੇ ਕੀਤਾ? ਗੁਰੂ ਅਮਰਦਾਸ ਪਾਤਸ਼ਾਹ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਨਾ, ਤੇ ਸਾਧ ਸੰਗਤ ਜੀ, ਹਿੰਦੁਸਤਾਨ ਦੀਆਂ ਸਾਰੀਆਂ ਬੀਬੀਆਂ ਉਹਨਾਂ ਦਾ ਸ਼ੁਕਰਾਨਾ ਕਰਦੀਆਂ, ਪਾਤਸ਼ਾਹ ਜੀ ਅੱਜ ਅਸੀਂ ਜੇਕਰ ਆਜ਼ਾਦ ਹਾਂ, ਅਸੀਂ ਆਜ਼ਾਦੀ ਦੀ ਜ਼ਿੰਦਗੀ ਮਾਣ ਰਹੀਆਂ, ਆਪਣੀ ਜ਼ਿੰਦਗੀ ਜੀ ਰਹੀਆਂ, ਇਹਦੀ ਦੇਣ ਗੁਰੂ ਅਮਰਦਾਸ ਪਾਤਸ਼ਾਹ ਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਦੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਨੂੰ, ਪਾਤਸ਼ਾਹ ਜੀ ਤੁਸੀਂ ਸਾਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਦਿੱਤਾ। ਹਿੰਦੁਸਤਾਨ ਦੇ ਵਿੱਚ ਕਦੇ ਤੀਰਥਾਂ ਦੇ ਉੱਤੇ ਜਾਣਾ, ਉਹਦੇ ਵਾਸਤੇ ਟੈਕਸ ਲੱਗਿਆ ਕਰਦਾ ਸੀ, ਜਿਹਨੂੰ ਜਜੀਆ ਟੈਕਸ ਕਹਿੰਦੇ ਸੀ, ਜਿਹਨੂੰ ਪਾਤਸ਼ਾਹ ਕਹਿੰਦੇ ਵੀ ਉਹ ਟੈਕਸ ਜਿਹੜਾ ਹੈ ਧਾਰਮਿਕ ਲੋਕਾਂ ਦੇ ਉੱਪਰ ਵੀ ਲੱਗਦਾ ਸੀ ਤੇ ਉਹਨਾਂ ਜਾਨਵਰਾਂ ਦੇ ਉੱਪਰ ਵੀ ਲੱਗਦਾ ਸੀ। ਤੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਕਹਿੰਦੇ ਗਊ ਨੂੰ ਵੀ ਟੈਕਸ ਲਾ ਦਿੱਤਾ, ਕਹਿੰਦੇ ਬ੍ਰਾਹਮਣ ਨੂੰ ਵੀ ਟੈਕਸ ਲਾ ਦਿੱਤਾ, ਤੇ ਜਿਸ ਗਊ ਦੇ ਗੋਬਰ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਲਿੱਤ ਪੁੱਤ ਕੇ ਪਵਿੱਤਰਤਾ ਕਾਇਮ ਕਰਦੇ, ਪਾਤਸ਼ਾਹ ਕਹਿੰਦੇ ਉਹਦੇ ਗੋਬਰ ਦੇ ਨਾਲ ਪਵਿੱਤਰਤਾ ਨਹੀਂ ਕਾਇਮ ਹੋਵੇਗੀ। ਕਿਉਂ? ਕਿਉਂਕਿ ਉਸ ਗਊ ਨੂੰ ਤੇ ਟੈਕਸ ਲੱਗਾ ਹੈ। ਇਹ ਆਜ਼ਾਦੀ ਸਾਨੂੰ ਧਰਮ ਦੀ ਕਿਹਨੇ ਦਿੱਤੀ? ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਉਹਨਾਂ ਰਹਿਬਰਾਂ ਨੇ ਦਿੱਤੀ। ਅੱਜ ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ, ਸਾਰੇ ਇੱਕ ਬਰਾਬਰ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਗੇ। ਇਹ ਭੇਦ ਭਾਵ ਜਾਤੀ ਪ੍ਰਥਾ ਖਤਮ ਕੀਤੀ ਬਾਬਾ ਰਵਿਦਾਸ ਸਾਹਿਬ ਜੀ ਨੇ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਦਾ, ਪਾਤਸ਼ਾਹ ਜੀ ਸਾਰਿਆਂ ਨੂੰ ਇੱਕ ਬਰਾਬਰਤਾ ਦਾ ਹੱਕ ਤੁਸੀਂ ਦਿੱਤਾ, ਮੈਂ ਤੁਹਾਨੂੰ ਤਾਂ ਮੱਥਾ ਟੇਕਦਾ। ਅਸੀਂ ਤਾਂ ਇਹਨਾਂ ਦੀ ਪੂਜਾ ਕਰਦੇ ਹਾਂ ਸਾਧ ਸੰਗਤ ਜੀ, ਪਦਾਰਥਾਂ ਕਰਕੇ ਨਹੀਂ ਜੁੜੇ ਵੀ ਸਾਨੂੰ ਇੱਥੋਂ ਵਸਤੂਆਂ ਪ੍ਰਾਪਤ ਹੁੰਦੀਆਂ। ਤੇ ਪਾਤਸ਼ਾਹ ਜੀ ਫਿਰ ਸਮਝਾਉਣ ਦਾ ਯਤਨ ਕਰਦੇ ਨੇ, ਭਲਿਆ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਗਿਣਤੀਆਂ ਮਿਣਤੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ, ਪਰਮਾਤਮਾ ਨੂੰ ਨਾ ਤੋਲਿਆ ਕਰ। ਸਤਿਗੁਰ ਸੇਤੀ ਗਣਤ ਜੈ ਰਾਖੈ, ਹਲਤ ਪਲਤ ਤਿਸਕਾ ਸਭ ਗਿਆ। ਕਹਿੰਦੇ ਆਪਣਾ ਇਹ ਸਮਾਂ ਲੋਕ ਤੇ ਪਰਲੋਕ ਦੋਨੋਂ ਤੂੰ ਖਰਾਬ ਕਰ ਲਵੇਂਗਾ, ਗਵਾ ਲਵੇਂਗਾ, ਜੇਕਰ ਗਿਣਤੀਆਂ ਮਿਣਤੀਆਂ ਦੇ ਵਿੱਚ ਆਪਣੇ ਦਾਤੇ ਨੂੰ, ਉਸ ਅਕਾਲ ਪੁਰਖ ਨੂੰ ਤੋਲੇਂਗਾ। ਤੇ ਬਾਦਸ਼ਾਹ ਸਮਝਾਉਂਦੇ, ਕਹਿੰਦੇ ਵੇਖਿਆ ਸਕਤ ਰਹਿਓ ਨਿਸਬਸਰ, ਕੀਨੋ ਆਪਣੋ ਪਾਇਓ। ਜੋ ਤੇਰੀ ਮਰਜ਼ੀ ਦੇ ਵਿੱਚ ਆਇਆ, ਤੇਰੇ ਮਨ ਨੇ ਸੋਚਿਆ, ਉਹ ਤੂੰ ਕੀਤਾ। ਕਦੇ ਗੁਰੂ ਦੀ ਨਹੀਂ ਮੱਲੀ, ਜੋ ਤੇਰੇ ਮਨ ਵਿੱਚ ਆਉਂਦਾ ਨਾ ਉਹ ਤੂੰ ਕਰਦਾ ਰਿਹਾ। ਕੀਨੋ ਆਪਣੋ ਭਾਇਓ, ਆਪਣੀਆਂ ਮਨ ਮਰਜ਼ੀਆਂ ਕੀਤੀਆਂ ਨੇ। ਕਦੇ ਗਿਆਨ ਲੈ ਕੇ ਕਦੇ ਧਰਮ ਦੇ ਰਸਤੇ ਉੱਤੇ ਨਹੀਂ ਤੁਰਿਆ, ਆਪਣੀਆਂ ਮਨ ਮਰਜ਼ੀਆਂ ਕਰਦਾ ਰਿਹਾ। ਵਿਖਿਆ ਸਕਤ, ਕਹਿੰਦੇ
ਮਾਇਆ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਰਹਿਓ ਨਿਸਬਾਸਰ, ਦਿਨ ਰਾਤ ਮਾਇਕ ਪਦਾਰਥਾਂ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ। ਕਦੇ ਕਿਸੇ ਦੀ ਸੁਣੀ ਨਹੀਂ, ਕਿਸੇ ਭਲੇ ਮਨੁੱਖ ਦੀ, ਆਪਣੀ ਮਨ ਮਰਜ਼ੀ ਕਰਦਾ ਰਿਹਾ। ਕਦੇ ਕਿਸੇ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਜ਼ਿੰਦਗੀ ਵਿੱਚ ਨਹੀਂ ਕਮਾਇਆ, ਮਨ ਮਰਜ਼ੀਆਂ ਕੀਤੀਆਂ ਨੇ। ਤੇ ਪਾਤਸ਼ਾਹ ਫਿਰ ਸਮਝਾਉਂਦੇ, ਕਹਿੰਦੇ ਗੁਰ ਉਪਦੇਸ਼ ਸੁਣਿਓ ਨਹਿ ਕਾਨਨ, ਪਰਦਾਰਾਂ ਲਪਟਾਇਓ। ਇਹਨਾਂ ਕੰਨਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸਰਵਣ ਨਹੀਂ ਕੀਤਾ, ਕਦੇ ਸੁਣਿਆ ਨਹੀਂ। ਤੇ ਸਾਧ ਸੰਗਤ ਜੀ, ਜੇ ਗੁਰੂ ਦਾ ਉਪਦੇਸ਼ ਕੰਨਾਂ ਨਾਲ ਨਹੀਂ ਸੁਣਿਆ ਤੇ ਫਿਰ ਕੀ ਸੁਣਿਆ? ਕਹਿੰਦੇ ਇਹਨਾਂ ਦੇ ਨਾਲ ਲੋਕਾਂ ਦੀ ਨਿੰਦਿਆ ਸੁਣਦਾ ਰਿਹਾ, ਮਾੜੀਆਂ ਗੱਲਾਂ ਇਹਨਾਂ ਦੇ ਨਾਲ ਸੁਣਦਾ ਰਿਹਾ। ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਗੰਦਣ ਬੈਣ ਸੁਣੈ ਉਰ ਜਾਵੈ, ਨਾਮ ਲੇਤ ਅਲਕਾਇਆ। ਕਹਿੰਦੇ ਜੇਕਰ ਕਹੀਏ ਨਾ ਵੀ ਪਰਮਾਤਮਾ ਦਾ ਹਰੀ ਹਰੀ ਦਾ ਨਾਮ ਜਪਿਆ ਕਰ, ਭਲੇ ਬੋਲ ਬੋਲਿਆ ਕਰ, ਨਾਮ ਲੇਤ ਅਲਕਾਇਆ। ਕਹਿੰਦੇ ਤੂੰ ਪਰਮਾਤਮਾ ਦਾ ਨਾਮ ਲੈਣਾ ਅੱਕ ਜਾਣਾ, ਅੱਕ ਜਾਣਾ ਪਰਮਾਤਮਾ ਦਾ ਨਾਮ ਲੈਣ ਲੱਗਾ। ਤੇ ਗੰਦਣ ਬੈਣ, ਸਾਧ ਸੰਗਤ ਜੀ, ਉਹ ਅਸ਼ਲੀਲ ਗਾਣੇ ਜਿਹੜੇ ਸੰਸਾਰ ਵਿੱਚ ਲੋਕ ਵਜਾਉਂਦੇ ਨੇ ਤੇ ਲੋਕ ਸੁਣਦੇ ਨੇ ਨਾ, ਐਦਾਂ ਦੇ ਗਾਣੇ ਸੁਣਦਾ ਕੰਨਾਂ ਦੇ ਨਾਲ, ਕਦੇ ਸੱਚੀ ਬਾਣੀ ਨਹੀਂ ਸੁਣਦਾ। ਐਦਾਂ ਦੇ ਗੰਦਣ ਬੈਣ ਸੁਣ ਕੇ ਬੜਾ ਖੁਸ਼ ਹੁੰਦਾ, ਨਿੰਦਿਆ ਸੁਣ ਕੇ ਬੜਾ ਖੁਸ਼ ਹੁੰਦਾ। ਕਦੇ ਪਰਮਾਤਮਾ ਦੀ ਭਜਨ ਬੰਦਗੀ ਕੰਨਾਂ ਦੇ ਨਾਲ ਸੁਣ ਕੇ ਤੂੰ ਖੁਸ਼ ਨਹੀਂ ਹੁੰਦਾ। ਪਰਦਾਰਾਂ ਲਪਟਾਇਓ, ਕਹਿੰਦੇ ਦੂਸਰੇ ਦੀਆਂ ਪਰਾਈ ਇਸਤਰੀਆਂ ਨੂੰ ਦੇਖ ਕੇ ਤੇ ਮਨ ਦੇ ਵਿੱਚ ਸੋਚਦਾ ਹੈ, ਦੂਸਰੇ ਦਾ ਸਰੀਰ ਦੇਖ ਕੇ ਚੰਗਾ ਮਾੜਾ ਸੋਚ ਕੇ ਸੋਚਦਾ ਵੀ ਇਹ ਮੇਰਾ ਹੋ ਜਾਵੇ। ਐਦਾਂ ਦੇ ਮਾੜੇ ਵਿਚਾਰ ਤੇਰੇ ਮਨ ਦੇ ਵਿੱਚ ਆਉਂਦੇ ਨੇ। ਓਏ ਭਰਾਵਾ, ਗੁਰੂ ਦਾ ਉਪਦੇਸ਼ ਕੀ ਹੈ ਵੀ ਕਿਸੇ ਦੀ ਵੀ ਧੀ ਭੈਣ ਨੂੰ ਜੇਕਰ ਦੇਖਣਾ ਨਾ, ਉਹਦੇ ਵਿੱਚ ਆਪਣੀ ਮਾਂ ਭੈਣ ਨੂੰ ਤੱਕਿਆ ਕਰ। ਕਿਸੇ ਦੀ ਧੀ ਭੈਣ ਨੂੰ ਦੇਖ ਕੇ ਆਪਣਾ ਮਨ ਵਾਸਨਾਵਾਂ ਦੇ ਵਿੱਚ ਨਾ ਰੰਗਿਆ ਕਰ। ਕਿਸੇ ਦੀ ਵੀ ਧੀ ਭੈਣ ਨੂੰ ਜੇ ਤੱਕਦਾ ਨਾ, ਉਹਦੀ ਤੁਲਨਾ ਆਪਣੀ ਮਾਤਾ ਦੇ ਨਾਲ, ਆਪਣੀ ਭੈਣ ਨਾਲ, ਆਪਣੀ ਬੇਟੀ ਨਾਲ ਕਰਿਆ ਕਰ ਵੀ ਇਹ ਮੇਰੀ ਮਾਂ ਸਮਾਨ ਹੈ, ਮੇਰੀ ਭੈਣ ਸਮਾਨ ਹੈ, ਮੇਰੀ ਬੇਟੀ ਸਮਾਨ ਹੈ। ਹਰ ਕਿਸੇ ਦਾ ਆਦਰ ਤੇ ਸਤਿਕਾਰ ਕਰਿਆ ਕਰ। ਵਾਸਨਾਵਾਂ ਦੇ ਵਿੱਚ ਆਪਣੇ ਮਨ ਨੂੰ ਨਾ ਰੰਗਿਆ ਕਰ ਭਲਿਆ। ਪਾਤਸ਼ਾਹ ਸਮਝਾਉਂਦੇ, ਪਰ ਨਿੰਦਾ ਕਾਰਨ ਬਹੁਤਾਵਤ, ਸਮਝਿਓ ਨਹ ਸਮਝਾਇਓ। ਕਹਿੰਦੇ ਸਮਝਾਉਣ ਦਾ ਯਤਨ ਕੀਤਾ, ਬੜਾ ਸਮਝਾਇਆ, ਨਹ ਸਮਝਾਇਓ। ਕਹਿੰਦੇ ਸਮਝਿਓ ਨਹ ਸਮਝਾਇਓ, ਸਮਝਾਉਣ ਦਾ ਬੜਾ ਯਤਨ ਕੀਤਾ ਪਰ ਇਹ ਸਮਝਿਆ ਨਹੀਂ, ਇਹ ਸਮਝ ਦੇ ਵਿੱਚ ਆਉਂਦਾ ਨਹੀਂ, ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਕਹਿੰਦੇ ਪਰ ਨਿੰਦਾ ਕਾਰਨ ਬਹੁਤਾਵਤ, ਪਰਾਈ ਨਿੰਦਿਆ ਦੇ ਕਾਰਨ, ਪਰਾਈਆਂ ਚੁਗਲੀਆਂ ਦੇ ਕਾਰਨ ਇਹਦਾ ਮਨ ਧਾਵਤ ਭੱਜ ਕੇ ਜਾਂਦਾ ਹੈ। ਮਾੜੇ ਪਾਸੇ ਨੂੰ ਮਨ ਭੱਜ ਕੇ ਜਾਂਦਾ, ਚੰਗੇ ਪਾਸੇ ਨੂੰ ਮਨ ਭੱਜਦਾ ਨਹੀਂ। ਤੇ ਪਾਤਸ਼ਾਹ ਕਹਿੰਦੇ ਜਦੋਂ ਕਦੇ ਵੀ ਨਾ ਸਾਧ ਸੰਗਤ ਜੀ, ਕਦੇ ਗੁੱਸਾ ਆ ਜਾਵੇ, ਕਦੇ ਕ੍ਰੋਧ ਆ ਜਾਵੇ ਨਾ, ਕਦੇ ਕ੍ਰੋਧ ਦੇ ਵਿੱਚ ਕੋਈ ਪਾਪ ਕਰਨ ਨੂੰ ਜੇਕਰ ਮਨ ਕਰੇ ਵੀ ਨਾ, ਪਾਤਸ਼ਾਹ ਕਹਿੰਦੇ ਨਾ ਹੈ ਬਿਲੰਬ ਧਰਮੰਗ ਬਿਲੰਗ ਪਾਪੰਗ। ਕਹਿੰਦੇ ਪਾਪ ਕਰਨਾ ਜਦੋਂ ਹੋਵੇ ਨਾ, ਜੇਕਰ ਮਨ ਕਰੇ ਵੀ ਕਿਸੇ ਨੂੰ ਮਾੜਾ ਬੋਲ ਦਈਏ, ਕਿਸੇ ਨੂੰ ਕੁੱਟਣ ਨੂੰ ਮਾਰਨ ਨੂੰ ਦਿਲ ਕਰੇ, ਪਾਤਸ਼ਾਹ ਕਹਿੰਦੇ ਮਨ ਨੂੰ ਇੱਕ ਗੱਲ ਸਮਝਾਓ, ਬਿਲੰਬ ਦਾ ਮਤਲਬ ਦੇਰੀ, ਹੁਣ ਨਹੀਂ ਕਰਨਾ ਫਿਰ ਕਰਾਂਗੇ। ਕਹਿੰਦੇ ਬਿਲੰਬ ਕਰ ਦਿਓ, ਉਹ ਕੰਮ ਨੂੰ ਅੱਜ ਨਾ ਕਰੋ, ਕੱਲ ਦੇ ਉੱਤੇ ਛੱਡ ਦਿਓ। ਤੇ ਜਦੋਂ ਕੱਲ ਆਵੇਗੀ ਫਿਰ ਮਨ ਸ਼ਾਂਤ ਹੋ ਜਾਵੇਗਾ ਤੇ ਉਹ ਕੰਮ ਫਿਰ ਸਮਝ ਵਿੱਚ ਆਵੇਗਾ ਵੀ ਇਹ ਨਹੀਂ ਕਰਨਾ ਚਾਹੀਦਾ। ਬਿਲੰਬ ਕਰੋ ਪਾਪ ਕਰਨ ਵਿੱਚ। ਤੇ ਜਦੋਂ ਧਰਮ ਦਾ ਕੰਮ ਕਰਨਾ ਹੋਵੇ, ਉਹਨੂੰ ਕੱਲ ਤੇ ਨਾ ਛੱਡੋ, ਕੱਲ ਦਾ ਕੰਮ ਕਰਨ ਵਾਲਾ ਅੱਜ ਕਰੋ, ਉਹਨੂੰ ਹੁਣੇ ਆਰੰਭ ਕਰੋ। ਧਰਮ ਦੇ ਕੰਮ ਦੇ ਵਿੱਚ ਕਦੇ ਵਿਲੰਬ ਨਹੀਂ ਕਰਨੀ, ਪਾਪ ਕਰਮ ਵਿੱਚ ਹਮੇਸ਼ਾ ਵਿਲੰਬ ਕਰਨਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਤੂੰ ਨਿੰਦਿਆ ਕਰਨ ਦੇ ਵਿੱਚ ਭੱਜ ਕੇ ਜਾਣਾ ਹੈ, ਨਿੰਦਿਆ ਕਰਨ ਨੂੰ, ਪਾਪ ਕਰਨ ਨੂੰ ਤੂੰ ਭੱਜ ਕੇ ਜਾਣਾ, ਦਵੈਸ਼ ਚੁਗਲੀ ਦੇ ਵਿੱਚ ਤੂੰ ਭੱਜ ਕੇ ਜਾਣਾ। ਤੈਨੂੰ ਸਮਝਾਉਣ ਦਾ ਯਤਨ ਕੀਤਾ, ਤੂੰ ਸਮਝਿਆ ਨਹੀਂ। ਕਹਾਂ ਕਹੋ ਮੈਂ ਆਪਣੀ ਕਰਨੀ, ਜਹ ਬਿਦ ਜਨਮ ਗਵਾਇਓ। ਕਹਿੰਦੇ ਕਹਾਂ ਕਹੋ ਮੈਂ ਆਪਣੀ ਕਰਨੀ, ਮੈਂ ਆਪਣੀ ਕਰਨੀ, ਮੈਂ ਆਪਣੀਆਂ ਕਰਤੂਤਾਂ ਕੀ ਦੱਸਾਂ ਪਰਮਾਤਮਾ ਨੂੰ ਖੋਲ ਕੇ।
ਵੀ ਜਿਨ੍ਹਾਂ ਕਾਰਨ ਮੈਂ ਆਪਣਾ ਜਨਮ ਵਿਸ਼ੇ ਵਿਕਾਰਾਂ ਵਿੱਚ ਖਰਾਬ ਕਰ ਲਿਆ। ਇਹ ਇੱਥੇ ਮਨ ਆਪਣੀ ਅਸਲੀਅਤ ਬਿਆਨ ਕਰ ਰਿਹਾ ਹੈ ਵੀ ਪਾਤਸ਼ਾਹ ਜੀ ਮੈਂ ਆਪਣੀ ਕਰਨੀ ਦੇ ਬਾਬਤ ਕੀ ਦੱਸਾਂ, ਕਦੇ ਮਨ ਕਰਕੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਮੈਂ ਆਪਣੀਆਂ ਮਨ ਦੀਆਂ ਕਰਤੂਤਾਂ ਤੁਹਾਨੂੰ ਕੀ ਦੱਸਾਂ, ਇਹਨੇ ਕਿੱਦਾਂ ਕਿੱਦਾਂ ਦੇ ਅਪਰਾਧ, ਇਹਨੇ ਪਾਪ ਕਮਾਏ ਨੇ। ਪਾਤਸ਼ਾਹ ਜੀ ਮੈਂ ਤੁਹਾਨੂੰ ਕੀ ਦੱਸਾਂ, ਜਿਹ ਬਿਦ ਜਨਮ ਗਵਾਇਓ, ਕਿਸ ਤਰੀਕੇ ਨਾਲ ਇਹਨੇ ਮਨੁੱਖਾ ਜਨਮ ਜਿਹੜਾ ਹੀਰੇ ਵਰਗਾ ਸੀ ਨਾ ਉਹਨੂੰ ਗਵਾ ਲਿਆ, ਉਹਨੂੰ ਖਤਮ ਕਰ ਲਿਆ। ਮੈਂ ਕੀ ਦੱਸਾਂ, ਮੈਂ ਇਹਦੀ ਹੱਡ ਬੀਤੀ ਕੀ ਸੁਣਾਵਾਂ ਤੁਹਾਨੂੰ ਵੀ ਕਿਸ ਤਰ੍ਹਾਂ ਦੇ ਨਾਲ ਇਹਨੇ ਆਪਣਾ ਮਾਇਕ ਪਦਾਰਥਾਂ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਆਪਣਾ ਜੀਵਨ ਇਹਨੇ ਬਰਬਾਦ ਕਰ ਲਿਆ। ਅਖੀਰੀ ਬਚਨ ਪਾਤਸ਼ਾਹ ਕਰਦੇ, ਕਹਿ ਨਾਨਕ ਸਭ ਔਗਣ ਮੋਹ ਮੈਂ ਰਾਖ ਲੈ ਸਰਨਾਇਓ। ਕਹਿ ਨਾਨਕ, ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਸਭ ਔਗਣ ਮੋਹ ਮੈਂ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਬੇਨਤੀ ਕਰ, ਜਦੋਂ ਜਨਮ ਬਿਰਥਾ ਗਵਾ ਲਿਆ ਨਾ, ਹੁਣ ਬੇਨਤੀ ਕਰ ਹੱਥ ਜੋੜ ਕੇ ਪੱਲਾ ਫੜ ਕੇ ਗੁਰੂ ਦਾ ਵੀ ਸਤਿਗੁਰੂ ਪਾਤਸ਼ਾਹ ਜੀ ਮੇਰੇ ਅੰਦਰ ਕੋਈ ਗੁਣ ਨਹੀਂ, ਮੇਰੇ ਅੰਦਰ ਔਗਣ ਹੀ ਔਗਣ ਭਰੇ ਨੇ, ਰਾਖ ਲੈ ਸ਼ਰਨਾਇਓ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਸਤਿਗੁਰੂ ਪਾਤਸ਼ਾਹ ਮੈਨੂੰ ਰੱਖ ਲਓ। ਜਿਹਨੂੰ ਬਾਬਾ ਨਾਮਦੇਵ ਸਾਹਿਬ ਬੇਨਤੀ ਕਰਦੇ ਨੇ, ਕਹਿੰਦੇ ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਪਰਮਾਤਮਾ ਨੂੰ ਕਹਿੰਦੇ, ਪਰਮਾਤਮਾ ਪੁੱਛਦਾ ਕਹਿੰਦੇ ਤੂੰ ਕੁਨ ਰੇ, ਤੂੰ ਕੌਣ ਹੈ? ਹੱਥ ਜੋੜ ਕੇ ਪੱਲਾ ਫੜ ਕੇ ਕਿਹਾ ਪਾਤਸ਼ਾਹ ਜੀ ਮੈਂ ਤੁਹਾਡਾ ਸੇਵਕ ਨਾਮਦੇਵ। ਹੋ ਜੀ ਆਲਾ ਤੇ ਨਿਵਾਰਣਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਸੰਸਾਰ ਦੀ ਮਾਇਆ ਤੋਂ ਵਿਸ਼ੇ ਵਿਕਾਰਾਂ ਤੋਂ ਮੈਨੂੰ ਬਚਾ ਲਓ। ਇੱਦਾਂ ਦੀ ਅਰਦਾਸ ਬੇਨਤੀ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਪਾਤਸ਼ਾਹ ਜੀ ਸਾਨੂੰ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਹਮ ਔਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਕਾਹੀ। ਇੱਦਾਂ ਦੀ ਬੇਨਤੀ ਕਰੀਏ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਔਗਣ ਹਾਰਿਆਂ ਨੂੰ ਬਚਾ ਲਓ, ਸਾਡੇ ਉੱਤੇ ਕਿਰਪਾ ਕਰੋ, ਰਹਿਮਤ ਕਰੋ। ਹਮ ਅੰਧਲੇ ਅੰਧ ਵਿਖੈ ਵਿਖ ਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰੂ ਪਾਤਸ਼ਾਹ ਅਸੀਂ ਅੰਧਲੇ ਹਾਂ, ਅੰਨੇ ਹੋ ਚੁੱਕੇ ਮਾਇਕ ਪਦਾਰਥਾਂ ਦੇ ਵਿੱਚ, ਅਸੀਂ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰੋ। ਬਾਬਾ ਫਰੀਦ ਸਾਹਿਬ ਬੇਨਤੀ ਕਰਦੇ, ਕਹਿੰਦੇ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਅਕਾਲ ਪੁਰਖ ਨੂੰ ਕਹਿੰਦੇ ਸਤਿਗੁਰੂ ਪਾਤਸ਼ਾਹ ਮੈਂ ਪੱਲਾ ਅੱਡ ਕੇ, ਝੋਲੀ ਅੱਡ ਕੇ ਕੋਲੋਂ ਮੰਗਦਾ, ਤੇਰੀ ਪਨਾ ਖੁਦਾਏ, ਵੀ ਤੇਰੇ ਚਰਨਾਂ ਦੇ ਵਿੱਚ ਖੁਦਾ ਵਸਦਾ। ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਤੂੰ ਬਖਸ਼ਣ ਵਾਲਾ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਮੈਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰੋ। ਇੰਨੀਆਂ ਕੋ ਵਿਚਾਰਾ ਆਪ ਜੀ ਨੇ ਸਰਵਣ ਕੀਤਿਆਂ, ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ।